अच्छा भाई इधर ध्यान कर। ਇਹ ਨੀਲੀ ਤਾਰ ਹੈ ਮੇਨ ਤਾਰ। ਇਹ ਮੇਨ ਤਾਰ ਇਹਦੇ ਵਿੱਚ ਨੇ ਦੋ ਕਲਰ, ਇੱਕ ਨੀਲਾ ਇੱਕ ਕਲੇਜੀ, ਦੋ ਕਲਰ ਹੋ ਗਏ ਜੀ। ਉਸ ਤੋਂ ਬਾਅਦ ਇਹ ਵੇ ਸਾਡੀ ਥਰਮੋਸਟੇਟ ਦੀ ਜਿਹੜੀ ਆ ਰਹੀ ਹੈ ਤਾਰ ਜਾਂ ਥਰਮੋਸਟੇਟ ਨੂੰ ਜਾ ਰਹੀ ਹੈ, ਇੱਕ ਲਾਲ ਹੈ ਇਹਦੇ ਵਿੱਚ ਵੀ, ਇੱਕ ਕਲੇਜੀ ਹੈ ਤੇ ਇੱਕ ਨੀਲੀ ਹੈ। ਦੋ ਤਾਰਾਂ ਇਹਦੇ 'ਚ ਹੋ ਗਈਆਂ। ਹੁਣ ਅਸਾਂ ਸਭ ਤੋਂ ਪਹਿਲਾਂ ਥਰਮੋਸਟੇਟ ਨੂੰ ਸਾਈਡ ਤੇ ਕਰ ਦਿੱਤਾ, ਮੇਨ ਤਾਰ ਨੂੰ ਅਸਾਂ ਫੜ ਲਿਆ। ਠੀਕ ਹੈ। ਮੇਨ ਤਾਰ ਦੀ ਜਿਹੜੀ ਨੀਲੀ ਤਾਰ ਹੈ ਨਾ, ਇਹ ਵਾਲੀ, ਇਹਨੂੰ ਅਸਾਂ ਲਗਾ ਦੇਣਾ ਹੈ ਇਸ ਸਾਈਡ ਤੇ। ਇਹ ਡੈਨ ਫਾਸਟ ਰਿਲੇ ਵੇ, ਇਹਦੇ ਇਹ ਪੁਆਇੰਟ ਨੇ, ਇਹਦੇ ਇਹ ਪੁਆਇੰਟ ਨੇ। ਠੀਕ ਹੈ। ਤੈਨੂੰ ਮੈਂ ਇਹਦਾ ਸਾਰਿਆਂ ਦਾ ਤਰੀਕਾ ਦੱਸਣਾ ਵਾ। ਉਸ ਤੋਂ ਬਾਅਦ ਨੀਲੀ ਮੇਨ ਤਾਰ ਦੇ ਵਿੱਚੋਂ ਬਚ ਜਾਂਦੀ ਹੈ ਕਲੇਜੀ ਤਾਰ, ਉਹ ਅਸਾਂ ਲਗਾ ਦਿੱਤੀ। ਚਾਹੇ ਇੱਥੇ ਲਗਾ ਦੇ ਚਾਹੇ ਇੱਥੇ ਲਗਾ ਦੇ। ਜੇ ਅਗਰ ਇਸ ਸਾਈਡ 'ਤੇ ਥਿੰਬਲ ਹੈ ਵੇ, ਇਸ ਥਿੰਬਲ ਦੇ ਉੱਤੇ ਨਹੀਂ ਲਗਾਉਣੀ। ਇਹ ਜਿਹੜਾ ਦੋਵਾਂ ਦਾ ਕਨੈਕਟ ਹੈ ਨਾ, ਇਹ ਵੇ ਇੱਕ ਯੂ ਬਣੇ ਆ, ਸ਼ਾਰਟ ਹੋ ਗਏ ਆ ਸਰਕਟ, ਇਹਨਾਂ ਦੋਵਾਂ ਦਾ ਸ਼ਾਰਟ ਹੋ ਗਏ ਆ। ਇਹਦਾ ਰਿਲੇ ਦੇ ਨਾਲ ਕੋਈ ਤਲਕ ਨਹੀਂ ਹੈ। ਇਹ ਬਸ ਹੈ ਜਿਹੜਾ ਪੁਆਇੰਟ ਹੈ ਇਹਨੂੰ ਸ਼ਾਰਟ ਕੀਤਾ ਗਿਆ। ਅਗਰ ਅਸੀਂ ਇੱਥੇ ਨਾਮ ਹੀ ਲਗਾਈਏ, ਇਹ ਤਾਰਾਂ ਨੂੰ ਅਸੀਂ ਜੁਆਇੰਟ ਕਰ ਦਈਏ ਤਾਂ ਸਾਡੀ ਫਰਿੱਜ ਚੱਲ ਜਾਏਗੀ। ਵੈਸੇ ਫਿਰ ਵੀ ਅਸੀਂ ਲਗਾਉਂਦੇ ਹਾਂ, ਇੱਥੇ ਲਗਾ ਦਿੰਦੇ ਹਾਂ। ਠੀਕ ਹੈ। ਇਹ ਦੋ ਸਾਡੀਆਂ ਮੇਨ ਕੰਪਲੀਟ ਹੋ ਗਈਆਂ ਤੇ ਆਪੋਜ਼ਿਟ ਲਗਾ ਦਿੱਤੀਆਂ ਨੇ। ਉਸ ਤੋਂ ਬਾਅਦ ਸਾਡੀ ਬਚਦੀ ਹੈ ਥਰਮੋਸਟੇਟ ਦੀ ਹੁਣ ਤਾਰ। ਇਹਦੇ ਵਿੱਚ ਵੀ ਇੱਕ ਨੀਲੀ ਸੀ, ਇੱਕ ਕਲੇਜੀ ਹੈ ਤੇ ਇੱਕ ਲਾਲ ਹੈ। ਨੀਲੀ ਲਾ ਦਿੱਤੀ ਇਸ ਨੀਲੀ ਦੇ ਨਾਲ, ਚਾਹੇ ਤੂੰ ਇਹਦੇ ਨਾਲ ਲਗਾ ਦੇ ਕੋਈ ਮਸਲਾ ਨਹੀਂ, ਚਾਹੇ ਇਹਦੇ ਨਾਲ ਲਗਾ ਦੇ ਕੋਈ ਮਸਲਾ ਨਹੀਂ, ਚਾਹੇ ਇਹ ਵਾਲੀ ਉਤਾਰ ਕੇ ਇੱਥੇ ਲਗਾ ਦੇ ਕੋਈ ਮਸਲਾ ਨਹੀਂ, ਕਿਉਂਕਿ ਇਹ ਤਿੰਨਾਂ ਦਾ ਨਾ ਕਨੈਕਸ਼ਨ ਇੱਕ ਹੈ। ਇਹ ਤਰੇ ਬਾਹਰ ਨੇ, ਇਹਦਾ ਰਿਲੇ ਦੇ ਨਾਲ ਕਨੈਕਟਡ ਹੈ। ਠੀਕ ਹੈ। ਉਸ ਤੋਂ ਬਾਅਦ ਜਿਹੜੀ ਇਹ ਕਲੇਜੀ ਬਚਦੀ ਹੈ ਵੀ ਇਹਨੂੰ ਅਸਾਂ ਇਹਦੇ ਨਾਲ ਲਗਾ ਦੇਣਾ। ਜਿਹੜੀ ਇਹ ਲਾਲ ਬਚਦੀ ਹੈ, ਇਹ ਥਰਮੋਸਟੇਟ ਦੀ ਤਾਰ ਹੈ, ਇਹ ਵਾਪਸੀ ਆ ਰਹੀ ਹੈ, ਇਹ ਲੱਗ ਗਈ ਕਾਮਨ 'ਤੇ। ਇਹ ਸਾਡੀ ਹੋ ਗਈ ਵਾਇਰਿੰਗ ਇਹਦੀ ਕੰਪਲੀਟ। ਕਲੇਜੀ ਲਾਲ ਜਿਹੜੀ ਹੈ ਕਾਮਨ 'ਤੇ ਲੱਗ ਗਈ। ਇਹ ਦੋ ਸ਼ਾਰਟ ਹੋ ਗਈਆਂ, ਇਹਨਾਂ ਨੂੰ ਭਾਵੇਂ ਇੱਥੋਂ ਲਾ ਕੇ ਤੁਸੀਂ ਇੰਜ ਜੈਂਟ ਕਰ ਦਿਓ ਵਾਪਸ ਛਿੱਲ ਕੇ, ਇਸ ਨਾਲ ਰਿਲੇ ਲਗਾ ਦੇਵੋ, ਫਿਰ ਤੁਹਾਡੀ ਚੱਲੇ ਦੀ। ਚਾਹੇ ਇਹਨਾਂ ਦੋਵਾਂ ਨੂੰ ਵਾਪਸ ਇਸ ਤਰ੍ਹਾਂ ਇੱਥੇ ਲਗਾ ਦੇਵੋ, ਫਿਰ ਇਹ ਚੱਲੇ ਦੀ। ਇਹਨਾਂ ਦੋਵਾਂ ਨੂੰ ਸ਼ਾਰਟ ਹੋਣਾ ਜ਼ਰੂਰੀ ਹੈ। ਇਹ ਸ਼ਾਰਟ ਹੁੰਦੀਆਂ ਤੇ ਅੱਗੇ ਕੰਪਰੈਸਰ ਤੁਹਾਡਾ ਚੱਲੇਗਾ। ਅਸਾਂ ਰਿਲੇ ਲਗਾ ਦਿੱਤੀ। ਹੁਣ ਦੁਬਾਰਾ ਕੰਪਰੈਸਰ ਦੇ ਨਾਲ ਅਸੀਂ ਹੁਣ ਕੰਪਰੈਸਰ ਨੂੰ ਚਲਾ ਕੇ ਚੈੱਕ ਕਰਨੇ ਆ। ਉਸ ਤੋਂ ਬਾਅਦ ਬਚਦੀਆਂ ਨੇ ਇਹ ਥੱਲੇ ਦੋ ਅਰਥ ਵਾਲੀਆਂ ਤਾਰਾਂ। ਅਰਥ ਵਾਲੀ ਤਾਰ ਲੱਗਦੀ ਹੈ ਕੰਪਰੈਸਰ ਦੀ ਬਾਡੀ ਨਾਲ। ਇਹ ਵਾਲੀ ਸਾਡੀ ਜਿਹੜੀ ਤਾਰ ਹੈ ਨਾ ਥੋੜੀ ਸਾਰੀ ਲੂਜ਼ ਹੈ, ਅਸੀਂ ਇਹਨੂੰ ਥੋੜਾ ਟਾਈਟ ਕਰਨਾ ਹੈ। ਟਾਈਟ ਕਰਕੇ ਤੇ ਇਹ ਵਾਲੀ ਤਾਰ ਜਿਹੜੀ ਹੈ ਇੱਥੇ ਲਗਾ ਦੇਵੋ ਇਸ ਜਗ੍ਹਾ ਤੇ। ਇਹ ਜਿਹੜਾ ਦੋ ਕਲਰ ਹੈ ਨਾ, ਇਹਦੇ ਵਿੱਚ ਇੱਕ ਨੀਲੀ ਸ਼ੇਡ ਵੀ ਆ ਰਹੀ ਹੈ, ਸਬਜ਼ ਰੰਗ ਦੀ ਸ਼ੇਡ ਆ ਰਹੀ ਹੈ, ਪੀਲੀ ਸ਼ੇਡ ਆ ਰਹੀ ਹੈ। ਇਹ ਹਮੇਸ਼ਾ ਅਰਥ ਵਾਲੀ ਤਾਰ ਗਿਣੀ ਜਾਂਦੀ ਹੈ। ਠੀਕ ਹੈ। ਜਿਸ ਜਗ੍ਹਾ 'ਤੇ ਵੀ ਇਹ ਤਾਰ ਦੇਖੋ ਦੇ ਇਹ ਅਰਥ ਵਾਲੀ ਤਾਰ ਹੋਵੇਗੀ, ਇਹ ਬਾਡੀ ਦੇ ਨਾਲ ਕਨੈਕਟਡ ਹੋਵੇਗੀ। ਤੁਹਾਡੀ ਇਸ ਮੇਨ ਵਾਇਰਿੰਗ ਦੇ ਨਾਲ ਕਨੈਕਟ ਨਹੀਂ ਹੋ ਲੱਗੀ। ਅਗਰ ਤੁਸੀਂ ਮੇਨ ਵਾਇਰਿੰਗ ਦੇ ਨਾਲ ਇਹਨੂੰ ਕਨੈਕਟ ਕਰ ਦਿਓ ਤਾਂ ਤੁਹਾਡੀ ਸਾਰੀ ਬਾਡੀ ਸ਼ਾਰਟ ਹੋ ਜਾਵੇਗੀ। ਠੀਕ ਹੈ। ਇਹ ਜਿਹੜੀ ਤਾਰ ਹੁੰਦੀ ਹੈ ਇਹਨੂੰ ਅਰਥ ਦੇ ਨਾਲ ਲਗਾਇਆ ਜਾਂਦਾ, ਯਾਨੀ ਕਿ ਬਾਡੀ ਦੇ ਨਾਲ ਤੁਹਾਨੂੰ ਇਹਨੂੰ ਕਨੈਕਟ ਕਰਨਾ ਪੈਂਦਾ ਹੈ। ਠੀਕ ਹੈ। ਉਸ ਤੋਂ ਬਾਅਦ ਤੁਹਾਡੀ ਵਾਇਰਿੰਗ ਸਾਰੀ ਕੰਪਲੀਟ ਹੋ ਜਾਂਦੀ ਹੈ। ਅਸੀਂ ਫ੍ਰਿਜ ਨੂੰ ਹੁਣ ਚਲਾ ਕੇ ਚੈੱਕ ਕਰਨੇ ਆ। ਲੋ ਜੀ, ਇਹ ਸੋਚਿਓ ਹੁਣ ਸਾਡਾ। ਠੀਕ ਹੈ। ਇਹ ਫ੍ਰਿਜ ਹੁਣ ਅਸੀਂ ਇੱਥੇ ਲਗਾ ਕੇ ਚਲਾ ਕੇ ਚੈੱਕ ਕਰਨੇ ਆ। ਇਹ ਲੱਗ ਗਈ ਤੇ ਇਹ ਕੰਪਰੈਸਰ R600 ਕੰਪਰੈਸਰ ਹੈ, 8 ਐਂਪੀਅਰ ਲੈ ਰਿਹਾ ਹੈ, 8.6 ਐਂਪੀਅਰ ਇਹ ਕੰਪਰੈਸਰ ਸੜ ਗਿਆ।